ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰਵਾਸੀ ਪ੍ਰੋਪਰਟੀਜ਼ ਦੇ ਸ਼ੋਅ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਤੁਹਾਡੀ ਹੋਸਟ ਰਾਖੀ, ਤੁਹਾਡੇ ਲਈ ਲੈ ਕੇ ਆਈ ਹਾਂ ਇਹ ਸ਼ੋਅ ਜਿਹਦੇ ਵਿੱਚ ਅਸੀਂ ਤੁਹਾਨੂੰ ਰੀਅਲ ਸਟੇਟ ਤੋਂ ਰਿਲੇਟਡ ਬਹੁਤ ਸਾਰੀ ਜਾਣਕਾਰੀਆਂ ਦੇਣਗੇ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕੰਡੋਸ ਤੋਂ ਰਿਲੇਟਡ, ਸੈਮੀ ਡਿਟੈਚਡ ਹਾਊਸ, ਕੋਈ ਵੀ ਕਮਰਸ਼ੀਅਲ ਪ੍ਰੋਪਰਟੀਜ਼, ਕੋਈ ਵੀ ਫਰਸਟ ਟਾਈਮ ਇਨਵੈਸਟਰ, ਕੋਈ ਵੀ ਇਨਵੈਸਟ ਕਰਨ ਲਈ ਉਹਦੇ ਹਰ ਤਰੀਕੇ ਦੀ ਅਸੀਂ ਤੁਹਾਨੂੰ ਜਾਣਕਾਰੀ ਪ੍ਰੋਵਾਈਡ ਕਰਾਵਾਂਗੇ। ਜਿੱਦਾਂ ਕਿ ਅਸੀਂ ਪਿਛਲੀ ਵਾਰ ਮਿਲੇ ਸੀਗੇ ਪ੍ਰਵੀਨ ਅਰੋੜਾ ਜੀ ਦੇ ਨਾਲ ਤੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਸੀਗੀ ਉਹਨਾਂ ਦੀ ਥੋੜੀ ਜਰਨੀ ਬਾਰੇ ਤੇ ਨਾਲ ਹੀ ਨਾਲ ਫਰਸਟ ਟਾਈਮ ਹੋਮ ਬਾਇਰਸ ਬਾਰੇ, ਜਿਹਦੇ ਵਿੱਚ ਉਹਨਾਂ ਨੇ ਸਾਨੂੰ ਰੀਸੇਲ ਹਾਊਸ ਜਾਂ ਫਰਸਟ ਬ੍ਰਾਂਡ ਨਿਊ ਹਾਊਸ ਦੇ ਬਾਰੇ ਜਾਣਕਾਰੀ ਦਿੱਤੀ ਸੀਗੀ ਤੇ ਨਾਲ ਹੀ ਸਾਨੂੰ ਲੈਂਡ ਟਰਾਂਸਫਰ ਟੈਕਸ ਦੇ ਬਾਰੇ ਵੀ ਥੋੜਾ ਦੱਸਿਆ ਸੀਗਾ। ਤੇ ਆਓ ਅਸੀਂ ਦੁਬਾਰਾ ਤੋਂ ਉਹਨਾਂ ਕੋਲ ਚੱਲਦੇ ਹਾਂ ਤੇ ਹੋਰ ਅੱਗੇ ਵੱਧਦੇ ਹਾਂ ਇਸ ਸ਼ੋਅ ਦੇ ਵਿੱਚ ਤੇ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਹੋਰ ਕਿਹੜੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਅਸੀਂ ਫਰਸਟ ਟਾਈਮ ਹੋਮ ਬਾਏ ਕਰਦੇ ਹਾਂ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਸ਼ੋਅ ਦੇ ਵਿੱਚ ਫਿਰ ਤੋਂ ਇੱਕ ਵਾਰ। ਰਾਖੀ ਜੀ, ਮੇਰੇ ਕੰਨਿਓ ਪ੍ਰਵਾਸੀ ਦੇ ਸਾਰੇ ਹੀ ਸਰੋਤਿਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ ਤੇ ਆਦਾਬ ਜੀ। ਐਂਡ ਲਾਸਟ ਵੀਕ ਜਿੱਦਾਂ ਤੁਸੀਂ ਦੱਸਿਆ ਕਿ ਆਪਾਂ ਗੱਲ ਕੀਤੀ ਸੀ ਫਸਟ ਟਾਈਮ ਹੋਮ ਬਾਇਰਸ ਦੇ ਬਾਰੇ ਤੇ ਆਪਾਂ ਕੁਛ ਥੋੜ੍ਹਾ ਜਿਹਾ ਡਿਸਕਸ ਕੀਤਾ ਸੀ ਕਿ ਉਹਨਾਂ ਨੂੰ ਜਿਹੜੀ ਵੀ ਪ੍ਰੋਪਰਟੀ ਬਾਏ ਕਰਨੀ ਚਾਹੀਦੀ ਹੈ, ਕਿਸ ਤਰ੍ਹਾਂ ਬਾਏ ਕਰਨੀ ਚਾਹੀਦੀ ਹੈ, ਥੋੜ੍ਹਾ ਜਿਹਾ ਆਪਾਂ ਉਹਦੇ ਬਾਰੇ ਗੱਲ ਕੀਤੀ ਸੀ ਜੀ। ਤੇ ਅੱਜ ਫਿਰ ਆਪਾਂ ਉਹਦੇ ਬਾਰੇ ਕੰਟੀਨਿਊ ਕਰਦੇ ਹਾਂ ਜੀ, ਫਸਟ ਟਾਈਮ ਹੋਮਸ ਬਾਇਰ ਬਾਰੇ। ਹਾਂਜੀ ਸਰ। ਜਿੱਦਾਂ ਕਿ ਤੁਸੀਂ ਮੈਨੂੰ ਲਾਸਟ ਟਾਈਮ ਕਾਫੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਤੁਸੀਂ ਦਿੱਤੀ ਸੀਗੀ ਤੇ ਇਸ ਟਾਈਮ ਮੈਂ ਤੁਹਾਡੇ ਲਈ ਕੁਝ ਹੋਰ ਆਪਣੇ ਦਰਸ਼ਕਾਂ ਲਈ ਟੌਪਿਕਸ ਲੈ ਕੇ ਆਈ ਹਾਂ ਨਵੇਂ, ਜੋ ਕਿ ਆਮ ਹਰ ਜਨਤਾ ਦੇ ਵਿੱਚ ਇਹ ਸਵਾਲ ਆਉਂਦੇ ਆ ਦਿਮਾਗ ਦੇ ਵਿੱਚ ਜਦੋਂ ਵੀ ਉਹ ਘਰ ਖਰੀਦਣ ਜਾਂਦੇ ਆ। ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਸਰ ਹੋਮ ਇਨਸਪੈਕਸ਼ਨ ਬਾਰੇ, ਕਿ ਹੋਮ ਇਨਸਪੈਕਸ਼ਨ ਦੇ ਵਿੱਚ ਅਸੀਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਕਿ ਜਿਹੜੇ ਫਸਟ ਟਾਈਮ ਹੋਮ ਬਾਇਰਸ ਹੁੰਦੇ ਆ ਉਹਨਾਂ ਨੂੰ ਹੋਮ ਇਨਸਪੈਕਸ਼ਨ ਕਰਵਾਉਣੀ ਜ਼ਰੂਰੀ ਆ ਕਿ ਕਿੰਨੀ ਕੁ ਇੰਪੋਰਟੈਂਸ ਰੱਖਦੀ ਆ। ਰਾਖੀ ਜੀ, ਇਸ ਤਰ੍ਹਾਂ ਕਿ ਜਿਹੜੇ ਫਸਟ ਟਾਈਮ ਹੋਮ ਬਾਇਰਸ ਨੇ ਉਹਨਾਂ ਦੇ ਲਈ ਇਹ ਜਿਹੜੀ ਇਨਸਪੈਕਸ਼ਨ ਕਰਾਉਣੀ ਹੈ ਕਾਫੀ ਇੰਪੋਰਟੈਂਟ ਹੈ ਜੀ। ਉਹਦਾ ਰੀਜ਼ਨ ਇਹ ਹੈ ਕਿ ਜਦੋਂ ਤੁਸੀਂ ਸੈਕੰਡ ਜਾਂ ਥਰਡ ਟਾਈਮ ਘਰ ਬਾਏ ਕਰਦੇ ਹੋ ਤੁਹਾਨੂੰ ਕਾਫੀ ਆਈਡੀਆ ਹੋ ਚੁੱਕਿਆ ਹੁੰਦਾ, ਕਿਉਂਕਿ ਤੁਸੀਂ ਇੱਕ ਆਲਰੇਡੀ ਘਰ ਦੇ ਵਿੱਚ ਰਹਿ ਰਹੇ ਹੁੰਦੇ ਹੋ, ਤੁਸੀਂ ਉਹਦੀ ਮੇਨਟੇਨੈਂਸ, ਟੇਕ ਕੇਅਰ, ਕਾਫੀ ਚੀਜ਼ਾਂ ਆਲਰੇਡੀ ਕਰ ਰਹੇ ਹੁੰਦੇ ਹੋ ਜੀ। ਬਟ ਜਦੋਂ ਤੁਸੀਂ ਫਸਟ ਟਾਈਮ ਬਾਏ ਕਰਦੇ ਹੋ ਘਰ, ਤੁਹਾਨੂੰ ਕਾਫੀ ਚੀਜ਼ਾਂ ਦਾ ਆਈਡੀਆ ਨਹੀਂ ਹੁੰਦਾ। ਉਹਦੇ 'ਚ ਕੀ ਹੈ ਕਿ ਇੱਕ ਤਾਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਦੋਂ ਤੁਸੀਂ ਹੋਮ ਇਨਸਪੈਕਸ਼ਨ ਕਰਵਾਉਂਦੇ ਹੋ ਤੁਹਾਨੂੰ ਇਹ ਪਤਾ ਲੱਗਦਾ ਕਿ ਉਸ ਘਰ ਦੇ ਲਈ ਜ਼ਰੂਰੀ ਮੇਨਟੇਨੈਂਸ ਲਈ ਕਿਹੜੀਆਂ ਚੀਜ਼ਾਂ ਨੇ ਕਰਨੀਆਂ। ਉਹਦੇ ਨਾਲ ਹੀ ਉਹ ਜਿਹੜੇ ਇੰਸਪੈਕਟਰ ਨੇ ਤੁਹਾਨੂੰ ਇੰਸਪੈਕਟ ਕਰਕੇ ਦੱਸਦੇ ਨੇ ਕਿ ਜੇ ਉਸ ਘਰ ਦੇ ਵਿੱਚ ਕੋਈ ਪ੍ਰੋਬਲਮ ਹੋਵੇ, ਚਲੋ ਜਿਹੜੀਆਂ ਕੋਈ ਥੋੜ੍ਹੀਆਂ ਬਹੁਤੀਆਂ ਕਾਸਮੈਟਿਕਸ ਪ੍ਰੋਬਲਮਸ ਹੁੰਦੀਆਂ ਨੇ ਉਹ ਤਾਂ ਆਪਾਂ ਜਦੋਂ ਵੀ ਆਮ ਘਰ ਦੇ ਵਿੱਚ ਜਾਂਦੇ ਹਾਂ ਆਪਾਂ ਨੂੰ ਨਜ਼ਰ ਆ ਜਾਂਦੀਆਂ ਨੇ ਕਿ ਆਹ ਦੀਵਾਰ ਦੇ ਉੱਪਰ ਕੋਈ ਸਕ੍ਰੈਚ ਹੈ ਜਾਂ ਪੇਂਟ ਠੀਕ ਨਹੀਂ ਹੈ, ਹਾਰਡਵੁੱਡ ਫਲੋਰ ਠੀਕ ਨਹੀਂ ਹੈ ਜਾਂ ਕਾਰਪੇਟ 'ਚ ਕੋਈ ਇਸ਼ੂ ਆ। ਬਟ ਉੱਥੇ ਕਈ ਤਰ੍ਹਾਂ ਦੇ ਕੁਛ ਹਿਡਨ ਇਫੈਕਟ ਵੀ ਹੋ ਸਕਦੇ ਨੇ ਜਿਹੜੇ ਕਿ ਉਹ ਡਿਫੈਕਟ ਤੁਹਾਨੂੰ ਨਜ਼ਰ ਨਹੀਂ ਆਉਂਦੇਗੇ। ਇਸ ਕਰਕੇ ਐਜ ਏ ਫਸਟ ਟਾਈਮ ਹੋਮ ਬਾਇਰ ਮੈਂ ਹਾਈਲੀ ਰਿਕਮੈਂਡ ਕਰੂੰਗਾ ਕਿ ਤੁਹਾਨੂੰ ਡੈਫੀਨੇਟਲੀ ਹੋਮ ਇਨਸਪੈਕਸ਼ਨ ਕਰਵਾਉਣੀ ਚਾਹੀਦੀ ਆ। ਔਰ ਖਾਸ ਕਰਕੇ ਜਿਹੜਾ ਉਹਦਾ ਸਟਰਕਚਰ ਆ, ਤੁਹਾਨੂੰ ਸਟਰਕਚਰ ਬਾਰੇ ਕੋਈ ਉਹਦੇ ਬਾਰੇ ਪੂਰਾ ਨਹੀਂ ਪਤਾ ਹੁੰਦਾ ਘਰ ਦੇ ਬਾਰੇ, ਫਿਰ ਇਹ ਵੀ ਡਿਪੈਂਡ ਕਰਦਾ ਕਿ ਉਹ ਘਰ ਕਿੰਨਾ ਪੁਰਾਣਾ ਵਾ, ਕਿਉਂਕਿ ਖਾਸ ਕਰਕੇ ਜਿਹੜੇ ਕਾਫੀ ਪੁਰਾਣੇ ਘਰ ਨੇ ਉਹਨਾਂ ਦੇ ਵਿੱਚ ਅਕੋਰਡਿੰਗ ਟੂ ਬਿਲਡਿੰਗ ਕੋਡ ਵੀ ਕਾਫੀ ਚੀਜ਼ਾਂ ਚੇਂਜ ਹੋ ਚੁੱਕੀਆਂ ਹੁੰਦੀਆਂ ਨੇ। ਔਰ ਜੇ ਉਹਨਾਂ ਦੇ ਵਿੱਚ ਕੋਈ ਚੀਜ਼ ਨਹੀਂ ਹੈਗੀ ਤਾਂ ਉਹ ਇੰਸਪੈਕਟਰ ਨੇ ਜਿਹੜੇ ਤੁਹਾਨੂੰ ਉਹ ਐਡਵਾਈਸ ਕਰਦੇ ਨੇ ਕਿ ਇਸ ਘਰ ਦੇ ਵਿੱਚ ਆਹ ਚੀਜ਼ ਤੁਸੀਂ ਇਸ ਤਰ੍ਹਾਂ ਕਰੋ, ਇਹ ਸੇਫਟੀ ਦੇ ਪੱਖੋਂ ਇਹ ਚੀਜ਼ ਇੰਪੋਰਟੈਂਟ ਆ। ਔਰ ਸਰਟਨ ਚੀਜ਼ਾਂ ਜਿਹੜੀਆਂ ਨੇ ਉਸ ਘਰ ਦੀ ਰੈਗੂਲਰ ਜਿਵੇਂ ਕਹ ਲਓ ਕਿ ਮੇਨਟੇਨੈਂਸ ਦੇ ਵਾਸਤੇ ਇੰਪੋਰਟੈਂਟ ਹੁੰਦੀਆਂ ਨੇ ਉਹ ਵੀ ਤੁਹਾਨੂੰ ਦੱਸਦੇ ਨੇ। ਉਹਦੇ ਨਾਲ ਇਹ ਹੈ ਕਿ ਤੁਹਾਨੂੰ ਇੱਕ ਤਾਂ ਘਰ ਬਾਰੇ ਆਪਣੀ ਪੂਰੀ ਤਸੱਲੀ ਹੋ ਜਾਂਦੀ ਹੈ ਔਰ ਨਾਲ ਤੁਹਾਨੂੰ ਇਹ ਚੀਜ਼ ਬਾਰੇ ਵੀ ਕਲੀਅਰ ਪਿਕਚਰ ਹੁੰਦੀ ਹੈ ਕਿ ਜੇ ਇਹਦੇ ਬਾਰੇ ਅੱਗੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਅਸੀਂ ਕਿਸ ਤਰ੍ਹਾਂ ਕਰਨਾ, ਕਿਹੜੀ ਚੀਜ਼ ਉਹਦੇ ਵਿੱਚ ਇੰਪੋਰਟੈਂਟ ਹੈ, ਕਿਹੜੀ ਚੀਜ਼ ਉਹਦੇ 'ਚ ਨਹੀਂ ਇੰਪੋਰਟੈਂਟ ਹੈ। ਜੀ ਸਰ, ਜੀ ਬਿਲਕੁਲ ਮੇਰੇ ਹਿਸਾਬ ਨਾਲ ਪ੍ਰਵੀਨ ਅਰੋੜਾ ਜੀ ਬਿਲਕੁਲ ਸਹੀ ਕਹਿ ਰਹੇ ਨੇ ਕਿ ਸਾਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਸਾਡੀ ਹਮੇਸ਼ਾ ਕੋਸ਼ਿਸ਼ ਇਹੀ ਰਹਿਣੀ ਚਾਹੀਦੀ ਆ ਵੀ ਜਦੋਂ ਵੀ ਅਸੀਂ ਫਸਟ ਟਾਈਮ ਹੋਮ ਬਾਏ ਕਰਨ ਜਾਈਏ ਤੇ ਅਸੀਂ ਹੋਮ ਇਨਸਪੈਕਸ਼ਨ ਜ਼ਰੂਰ ਕਰਵਾਈਏ। ਤੇ ਹੁਣ ਮੈਂ ਉਹੀ ਤੁਹਾਨੂੰ ਤੋਂ ਦੁਬਾਰਾ ਇੱਕ ਦੂਜੀ ਚੀਜ਼ ਇਹ ਪੁੱਛਣਾ ਚਾਹੂੰਗੀ ਸਰ, ਵੀ ਜਦੋਂ ਅਸੀਂ ਘਰ ਲੈਂਦੇ ਆ ਤੇ ਉਦੋਂ ਜਿਹੜੇ ਆਫਰਸ ਹੁੰਦੇ ਆ ਉਹਦੇ ਵਿੱਚ ਸਾਨੂੰ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਰਾਖੀ ਜੀ, ਇਹ ਕਾਫੀ ਵਧੀਆ ਕੁਐਸਚਨ ਆ। ਵੈਸੇ ਤਾਂ ਜਿਹੜੇ ਰੀਅਲ ਸਟੇਟ ਏਜੰਟ ਨੇ ਸਾਰੇ ਇੱਥੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਕਿ ਰੀਅਲ ਸਟੇਟ ਏਜੰਟ ਇੱਥੇ ਇੱਕ ਰੈਗੂਲੇਟਡ ਪ੍ਰੋਫੈਸ਼ਨ ਆ। ਸੋ ਰੈਗੂਲੇਟਡ ਪ੍ਰੋਫੈਸ਼ਨ ਹੋਣ ਕਰਕੇ ਸਾਰੇ ਜਿਹੜੇ ਏਜੰਟਸ ਨੇ ਉਹ ਲਾਇਸੈਂਸਡ ਨੇ, ਉਹ ਇੱਕ ਸਰਟਨ ਕੁਆਲੀਫਿਕੇਸ਼ਨ ਪਹਿਲਾਂ ਉਹ ਕੰਪਲੀਟ ਕਰਦੇ ਨੇ ਤਾਂ ਹੀ ਉਹ ਇਸ ਪ੍ਰੋਫੈਸ਼ਨ 'ਚ ਕੰਮ ਕਰ ਸਕਦੇ ਨੇ। ਸੋ ਇਹ ਬਹੁਤ ਵਧੀਆ ਚੀਜ਼ ਆ ਕਿ ਇੱਥੇ ਸਾਰੇ ਲਾਇਸੈਂਸਡ ਏਜੰਟ ਹੁੰਦੇ ਨੇ, ਇਸ ਕਰਕੇ ਦੇ ਆਲ ਆਰ ਫੈਮੀਲੀਅਰ, ਉਹਨਾਂ ਨੂੰ ਪੂਰੀ ਨੌਲੇਜ ਹੁੰਦੀ ਹੈ ਇਸ ਚੀਜ਼ ਬਾਰੇ ਕਿ ਜਿਹੜੀ ਆਫਰ ਆਪਾਂ ਬਣਾਉਣੀ ਆ ਉਹਦੇ 'ਚ ਕਿਹੜੀਆਂ ਚੀਜ਼ਾਂ ਦਾ ਖਾਸ ਕਰਕੇ ਖਿਆਲ ਰੱਖਣਾ। ਸੋ ਬਟ ਫਿਰ ਵੀ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ
ਥੋੜ੍ਹੀਆਂ ਜਿਹੀਆਂ ਚੀਜ਼ਾਂ ਜ਼ਰੂਰ ਹਾਈਲਾਈਟ ਕਰਾਂਗਾ। ਹਾਲਾਂਕਿ ਜਿਹੜੇ ਉਹਨਾਂ ਦੇ ਰੀਅਲ ਸਟੇਟ ਏਜੰਟ ਨੇ ਉਹਨਾਂ ਨੂੰ ਕਾਫੀ ਵਧੀਆ ਆਈਡੀਆਜ਼ ਦੇ ਸਕਦੇ ਨੇ, ਇਨਫੋਰਮੇਸ਼ਨ ਦੇ ਸਕਦੇ ਨੇ। ਉਹਦੇ 'ਚ ਰਾਖੀ ਜੀ ਜਿਹੜੀਆਂ ਦੋ ਚੀਜ਼ਾਂ ਸਭ ਤੋਂ ਇੰਪੋਰਟੈਂਟ ਨੇ ਜੀ, ਇੱਕ ਤਾਂ ਹੈਗੀ ਹੈ ਜੀ ਉਹਨਾਂ ਦੀ ਫਾਈਨਾਂਸਿੰਗ ਬਾਰੇ, ਕਿ ਜਦੋਂ ਵੀ ਉਹ ਘਰ ਦੇ ਉੱਪਰ ਆਫਰ ਪਾਉਂਦੇ ਆ ਉਹ ਇਹ ਚੀਜ਼ ਵਾਸਤੇ ਮੇਕ ਸ਼ੋਰ ਕਰਨ ਕਿ ਉਹ ਆਲਰੇਡੀ ਮੌਰਗੇਜ ਵਾਸਤੇ ਅਪਰੂਵਡ ਨੇ। ਮੰਨ ਲਓ ਜੇ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਕੋਈ ਡਾਊਟ ਆ ਮੌਰਗੇਜ ਦੀ ਅਪਰੂਵਲ ਦੇ ਬਾਰੇ, ਤਾਂ ਉਹਦੇ 'ਚ ਉਹ ਕੰਡੀਸ਼ਨ ਰੱਖ ਸਕਦੇ ਹੁੰਦੇ ਨੇ, ਜਿਹੜੀ ਕਿ ਨੋਰਮਲ ਆ, ਮਾਰਕੀਟ ਦੇ ਵਿੱਚ ਇੱਕ ਨੋਰਮਲ ਪ੍ਰੈਕਟਿਸ ਆ। ਉਹ ਕੰਡੀਸ਼ਨ ਰੱਖ ਕੇ ਉਹ ਆਪਣੀ ਉਸ ਕੰਡੀਸ਼ਨ ਦੇ ਨਾਲ ਉਸ ਐਗਰੀਮੈਂਟ ਨੂੰ ਬੈਂਕ ਦੇ ਕੋਲ ਲੈ ਕੇ ਜਾਂਦੇ ਨੇ, ਜਾਂ ਜੋ ਵੀ ਉਹਨਾਂ ਦੇ ਮੌਰਗੇਜ ਐਡਵਾਈਜ਼ਰ ਨੇ ਉਹਨਾਂ ਦੇ ਨਾਲ ਗੱਲ ਕਰਦੇ ਨੇ। ਉਹ ਫਿਰ ਬੈਂਕ ਤੋਂ ਉਹਨਾਂ ਨੂੰ ਫਰਮ ਅਪਰੂਵਲ ਲੈ ਕੇ ਦਿੰਦੇ ਨੇ ਕਿ ਹਾਂ ਜੀ ਇਹ ਜਿਹੜੀ ਮੌਰਗੇਜ ਆ, ਤੁਸੀਂ ਇਸ ਅਮਾਊਂਟ ਦਾ ਜੇ ਘਰ ਲੈ ਰਹੇ ਹੋ, ਇੰਨੀ ਤੁਹਾਡੇ ਕੋਲ ਡਾਊਨ ਪੇਮੈਂਟ ਆ, ਇਸ ਕੰਡੀਸ਼ਨਸ 'ਤੇ ਤੁਹਾਨੂੰ ਇਹ ਜਿਹੜੀ ਮੌਰਗੇਜ ਆ ਮਿਲੇਗੀ। ਇੱਕ ਤਾਂ ਉਹਦੇ 'ਚ ਇਹ ਮੌਰਗੇਜ ਵਾਲਾ ਪਾਰਟ ਆ ਜਿਹੜਾ ਇੰਪੋਰਟੈਂਟ ਆ। ਦੂਸਰਾ, ਜਦੋਂ ਵੀ ਆਪਾਂ ਘਰ ਲੈਂਦੇ ਆ ਐਜ ਏ ਫਸਟ ਟਾਈਮ ਬਾਇਰ, ਵੈਸੇ ਸੈਕੰਡ ਟਾਈਮ ਜਾਂ ਥਰਡ ਟਾਈਮ ਬਾਇਰ ਲਈ ਵੀ ਇਹ ਚੀਜ਼ ਇੰਪੋਰਟੈਂਟ ਆ ਕਿ ਉਹਦੀ ਇੰਸਪੈਕਸ਼ਨ ਵਾਲੀ ਗੱਲ, ਜਿਹੜੀ ਕਿ ਆਪਾਂ ਹੁਣ ਗੱਲ ਕੀਤੀ ਆ। ਸਮ ਟਾਈਮ ਜਿੱਦਾਂ ਹੁਣ ਕੋਈ ਬੰਦੇ ਜਿਹੜੇ ਵੱਡੀਆਂ ਪ੍ਰੋਪਰਟੀਜ਼ ਖਰੀਦਦੇ ਨੇ, ਕਈ ਜਿਸ ਤਰ੍ਹਾਂ ਕੋਈ ਰੂਰਲ ਏਰੀਆ ਦੇ ਵਿੱਚ ਵੀ ਪ੍ਰੋਪਰਟੀ ਖਰੀਦਦੇ ਨੇ, ਆਪਣੇ ਜਿਸ ਤਰ੍ਹਾਂ ਕਮਿਊਨਿਟੀ ਹੈ ਜਿੱਥੇ ਲੋਟਸ ਵਗੈਰਾ ਬੜੇ ਨੇ, ਜਿੱਦਾਂ ਹਾਲਟਨ ਹੋ ਗਿਆ, ਕੈਲੇਡਨ ਹੋ ਗਿਆ, ਉੱਥੇ ਮਿਊਨਿਸਪਲ ਵਾਟਰ ਨਹੀਂ ਹੁੰਦਾ, ਉੱਥੇ ਸੂਅਰ ਸਿਸਟਮ ਨਹੀਂ ਹੈ। ਇਹ ਵੀ ਇੱਕ ਜਿਵੇਂ ਕਹ ਲਓ ਆਪਣੇ ਆਪ ਦੇ ਵਿੱਚ ਕਾਫੀ ਵਾਸਟ ਫੀਲਡ। ਆਪਾਂ ਕਿਸੇ ਦਿਨ ਇਹਦੇ ਬਾਰੇ ਵੀ ਗੱਲ ਕਰਾਂਗੇ ਕਿ ਜੇ ਆਪਾਂ ਰੂਰਲ ਪ੍ਰੋਪਰਟੀ ਬਾਏ ਕਰਦੇ ਹਾਂ ਤਾਂ ਉਹਦੇ 'ਚ ਆਪਾਂ ਨੂੰ ਕਿਹੜੀ ਚੀਜ਼ ਦਾ ਖਿਆਲ ਰੱਖਣਾ ਚਾਹੀਦਾ। ਸੋ ਅਗਰ ਆਪਾਂ ਕੋਈ ਇਸ ਤਰ੍ਹਾਂ ਦੀ ਪ੍ਰੋਪਰਟੀ ਬਾਏ ਕਰ ਰਹੇ ਹਾਂ ਤਾਂ ਉਹਦੇ 'ਚ ਡਿਫਰੈਂਟ ਤਰ੍ਹਾਂ ਦੀਆਂ ਇੰਸਪੈਕਸ਼ਨਸ ਹੁੰਦੀਆਂ ਨੇ। ਇੱਕ ਇੰਸਪੈਕਸ਼ਨ ਨਹੀਂ, ਇੱਕ ਤੋਂ ਵੀ ਜ਼ਿਆਦਾ ਇੰਸਪੈਕਸ਼ਨ ਹੁੰਦੀ ਆ। ਸੋ ਇੱਕ ਜਿਹੜੀ ਇੰਸਪੈਕਸ਼ਨ ਦੀ ਕੰਡੀਸ਼ਨ ਆ ਉਹ ਵੀ ਉਹਦੇ 'ਚ ਹੋਣੀ ਚਾਹੀਦੀ ਆ। ਜੇ ਕਿਤੇ ਵੀ ਕੋਈ ਘਬਰਾਹਟ ਹੋ ਰਹੀ ਆ ਫਸਟ ਟਾਈਮ ਬਾਇਰ ਨੂੰ, ਮੰਨ ਲਓ ਉਹਨਾਂ ਨੂੰ ਕਿਸੇ ਚੀਜ਼ ਬਾਰੇ ਉਹਨਾਂ ਨੂੰ ਕੋਈ ਘਬਰਾਹਟ ਹੋ ਰਹੀ ਹੈ ਜਾਂ ਕੋਈ ਚੀਜ਼ ਦੀ ਉਹਨਾਂ ਨੂੰ ਪਿਕਚਰ ਨਹੀਂ ਕਲੀਅਰ ਹੋ ਰਹੀਗੀ, ਵੈਸੇ ਤਾਂ ਉਹਨਾਂ ਦੇ ਜਿਹੜੇ ਏਜੰਟ ਨੇ ਉਹ ਮਤਲਬ ਨੌਲੇਜੇਬਲ ਨੇ, ਲਾਇਸੈਂਸਡ ਨੇ, ਉਹ ਉਹਨਾਂ ਨੂੰ ਹਰ ਚੀਜ਼ ਐਕਸਪਲੇਨ ਕਰ ਸਕਦੇ ਆ। ਬਟ ਜੇ ਉਹਨਾਂ ਨੂੰ ਫਿਰ ਵੀ ਕੋਈ ਚੀਜ਼ ਇਸ ਤਰ੍ਹਾਂ ਦੀ ਲੱਗਦੀ ਆ ਤਾਂ ਉਹ ਆਪਣੇ ਲੀਗਲ ਕਾਉਂਸਲਰ ਦੀ ਐਡਵਾਈਸ ਦੀ ਵੀ ਉਹਦੇ 'ਚ ਕੰਡੀਸ਼ਨ ਪਾ ਸਕਦੇ ਆ ਕਿ ਇਹ ਜਿਹੜਾ ਉਹਨਾਂ ਦਾ ਐਗਰੀਮੈਂਟ ਆ ਉਹਨਾਂ ਦੀ ਲੀਗਲ ਕਾਉਂਸਲਰ ਨੂੰ ਉਹ ਦਿਖਾ ਕੇ ਇਹ ਜਿਹੜੀ ਡੀਲ ਆ ਉਹ ਫਰਮ ਕਰਨਗੇ। ਜੀ ਮੇਰੇ ਹਿਸਾਬ ਨਾਲ ਪ੍ਰਵੀਨ ਜੀ ਨੇ ਬਹੁਤ ਹੀ ਵਧੀਆ ਸਾਨੂੰ ਜਾਣਕਾਰੀ ਦਿੱਤੀ ਹੈ ਤੇ ਮੇਰੇ ਕੋਲ ਹੋਰ ਵੀ ਆਫਰਸ ਤੋਂ ਰਿਲੇਟਡ ਕਈ ਸਵਾਲ ਹੈਗੇ ਨੇ ਫਿਲਹਾਲ ਪੁੱਛਣ ਨੂੰ ਪ੍ਰਵੀਨ ਜੀ ਤੋਂ, ਤੇ ਆਪਾਂ ਛੋਟਾ ਜਿਹਾ ਬ੍ਰੇਕ ਲਵਾਂਗੇ ਤੇ ਉਹਦੇ ਬਾਅਦ ਫੇਰ ਮਿਲਦੇ ਹਾਂ ਕੁਝ ਹੋਰ ਨਵੇਂ ਸਵਾਲਾਂ ਨਾਲ। ਬ੍ਰੇਕ ਦੇ ਬਾਅਦ ਇੱਕ ਵਾਰ ਫੇਰ ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰਵਾਸੀ ਪ੍ਰੋਪਰਟੀਜ਼ ਦੇ ਸ਼ੋਅ ਦੇ ਵਿੱਚ ਸਵਾਗਤ ਹੈ। ਜਿੱਦਾਂ ਕਿ ਅਸੀਂ ਬ੍ਰੇਕ ਤੋਂ ਪਹਿਲਾਂ ਪ੍ਰਵੀਨ ਜੀ ਦੇ ਨਾਲ ਗੱਲ ਕਰ ਰਹੇ ਸੀਗੇ ਆਫਰਸ ਬਾਰੇ ਫਸਟ ਟਾਈਮ ਹੋਮ ਬਾਇਰਸ ਨੂੰ ਲੈ ਕੇ, ਤੇ ਮੇਰੇ ਦਿਮਾਗ ਦੇ ਵਿੱਚ ਇੱਕ ਸਵਾਲ ਆਇਆ ਕਿ ਆਫਰਸ ਦੇ ਵਿੱਚ ਮਲਟੀਪਲ ਆਫਰਸ ਬਾਰੇ ਅਸੀਂ ਬਹੁਤ ਸੁਣਿਆ ਹੈ, ਤੇ ਉਹਦੇ ਬਾਰੇ ਅਸੀਂ ਚੱਲਦੇ ਹਾਂ ਪ੍ਰਵੀਨ ਜੀ ਦੇ ਕੋਲ ਦੁਬਾਰਾ ਤੇ ਉਹਨਾਂ ਤੋਂ ਥੋੜੀ ਜਿਹੀ ਜਾਣਕਾਰੀ ਲੈਂਦੇ ਹਾਂ। ਹਾਂਜੀ ਪ੍ਰਵੀਨ ਜੀ, ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਮਲਟੀਪਲ ਆਫਰਸ ਕੀ ਹੁੰਦੇ ਨੇ? ਮਲਟੀਪਲ ਆਫਰ ਰਾਖੀ ਜੀ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਆਪਾਂ ਕਦੇ ਵੀ ਕੋਈ ਪ੍ਰੋਪਰਟੀ ਜਦੋਂ ਸੇਲ ਤੇ ਆਂਦੀ ਹੈ ਜੀ, ਜਦੋਂ ਇੱਕ ਪ੍ਰੋਪਰਟੀ ਦੇ ਉੱਪਰ ਇੱਕ ਤੋਂ ਜ਼ਿਆਦਾ ਆਫਰਸ ਹੋਣ ਜੀ, ਉਹਨੂੰ ਆਪਾਂ ਮਲਟੀਪਲ ਆਫਰ ਬੋਲਦੇ ਹਾਂ ਜੀ। ਠੀਕ ਹੈ ਜੀ। ਅੱਛਾ, ਉਹਦੇ 'ਚ ਇਹ ਜਿਵੇਂ ਕਹ ਲਓ ਕਿ ਬੜਾ ਇੰਟਰਸਟਿੰਗ ਜੀ ਚੀਜ਼ ਆ ਕਿ ਮਲਟੀਪਲ ਆਫਰ ਦੇ ਵਿੱਚ ਕਈ ਬੰਦਿਆਂ ਨੂੰ ਫਾਇਦਾ ਹੁੰਦਾ, ਕਈ ਬੰਦੇ ਉਸ ਚੀਜ਼ ਨੂੰ ਡਿਸਾਈਡ ਨਹੀਂ ਕਰ ਪਾਉਂਦੇ। ਇਹ ਜਿਵੇਂ ਕਹ ਲਓ ਬੜਾ ਇੰਟਰਸਟਿੰਗ ਟੌਪਿਕ ਆ। ਐਂਡ ਇਵਨ ਲੋਕਾਂ ਦੇ ਵਿੱਚ ਸਸਪੈਂਸ ਵੀ ਥੋੜਾ ਜਿਹਾ ਬਣਿਆ ਰਹਿੰਦਾ ਜੀ ਪ੍ਰੋਪਰਟੀ ਦਾ ਐਗਜ਼ੈਕਟ ਪ੍ਰਾਈਸ ਕੀ ਹੋਏਗਾ। ਜੀ ਬਿਲਕੁਲ। ਹਾਂਜੀ, ਇਹਦੇ 'ਚ ਮਲਟੀਪਲ ਆਫਰ ਦੇ ਵਿੱਚ ਇਹ ਹੈ ਕਿ ਸਮ ਟਾਈਮਸ ਤਾਂ ਇਹ ਹੁੰਦਾ ਕਿ ਜਿਸ ਤਰ੍ਹਾਂ ਕੋਈ ਬਾਈ ਚਾਂਸ ਵੈਸੇ ਹੀ ਕੋਈ ਪ੍ਰੋਪਰਟੀ ਕਾਫੀ ਵਧੀਆ ਹੁੰਦੀ ਆ ਔਰ ਉਹ ਪ੍ਰੋਪਰਟੀ ਦੇ ਉੱਪਰ ਕਾਫੀ ਲੋਕਾਂ ਦਾ ਇੰਟਰਸਟ ਹੁੰਦਾ, ਔਰ ਜਿਵੇਂ ਮੰਨ ਲਓ ਅੱਜ ਪ੍ਰੋਪਰਟੀ ਮਾਰਕੀਟ ਦੇ ਵਿੱਚ ਆਈ ਆ, ਉਹਦੇ ਵਿੱਚ ਇੱਕ ਦਿਨ ਦੇ ਵਿੱਚ 2 ਦਿਨ ਦੇ ਵਿੱਚ ਹੀ ਮੰਨ ਲਓ 1 ਜਾਂ 2 3 ਆਫਰਸ ਆ ਗਈਆਂ, ਉੱਥੇ ਮਲਟੀਪਲ ਆਫਰ ਹੋ ਜਾਂਦੀ ਹੈ ਜੀ। ਸਮ ਟਾਈਮਸ ਕੀ ਹੁੰਦਾ ਕਿ ਸੈਲਰ ਨੋਇੰਗਲੀ ਇਹ ਚੀਜ਼ ਚਾਹ ਰਹੇ ਹੁੰਦੇ ਆ ਕਿ ਵੀ ਆਪਾਂ ਪ੍ਰੋਪਰਟੀ ਦੇ ਉੱਪਰ ਮਲਟੀਪਲ ਆਫਰ ਦੀ ਸਿਚੁਏਸ਼ਨ ਰੱਖੀ ਜਾਵੇ। ਉਹਦੇ ਇੱਕ ਡਿਫਰੈਂਟ ਸਿਨੇਰੀਓਜ਼ ਹੁੰਦੇ ਆ ਕਿ ਉਹ ਕਿਉਂ ਰੱਖਣਾ ਚਾਹ ਰਹੇ ਹੁੰਦੇ ਆ ਮਲਟੀਪਲ ਆਫਰ। ਉਹਦੇ 'ਚ ਕੀ ਆ ਕਿ ਉਹ ਪ੍ਰੋਪਰਟੀ ਦਾ ਨੋਇੰਗਲੀ ਥੋੜ੍ਹਾ ਜਿਹਾ ਪ੍ਰਾਈਸ ਘੱਟ ਰੱਖਦੇ ਆ ਜੀ। ਮੰਨ ਲਓ ਜੇ ਆਪਾਂ ਇਹ ਗੱਲ ਕਹੀਏ ਕਿ ਕਿਸੇ ਪ੍ਰੋਪਰਟੀ ਦੀ ਫੇਅਰ ਮਾਰਕੀਟ ਵੈਲਿਊ 8 ਲੱਖ ਦੇ ਕਰੀਬ ਆ ਮੰਨ ਲਓ ਜੀ, ਤਾਂ ਉਹ ਕੀ ਕਰਦੇ ਨੇ, ਉਹਦਾ ਜਿਹੜਾ ਪ੍ਰਾਈਸ ਆ
ਮਾਰਕੀਟ ਦੇ ਵਿੱਚ 8 ਲੱਖ ਦੀ ਬਜਾਏ ਥੱਲੇ ਰੱਖ ਲੈਂਦੇ ਆ, 7 ਲੱਖ ਰੱਖ ਲਿਆ ਜਾਂ 7.25 ਰੱਖ ਲਿਆ। ਠੀਕ ਹੈ ਜੀ। ਉਹਦੇ 'ਚ ਕੀ ਹੁੰਦਾ ਕਿ ਕਾਫੀ ਜ਼ਿਆਦਾ ਲੋਕ ਬਾਇਰਸ ਨੇ ਜਿਹੜੇ ਉਸ ਘਰ ਨੂੰ ਦੇਖਣ ਆਉਂਦੇ ਆ। ਜੀ। ਜਦੋਂ ਕਾਫੀ ਜ਼ਿਆਦਾ ਬਾਇਰਸ ਘਰ ਦੇਖਣ ਆਉਂਦੇ ਆ ਤਾਂ ਉਹ ਇੱਕ ਟਾਈਮ ਸੈੱਟ ਕਰ ਲੈਂਦੇ ਆ, ਇੱਕ ਡੇਟ ਸੈੱਟ ਕਰ ਲੈਂਦੇ ਆ ਕਿ ਜਿਸ ਤਰ੍ਹਾਂ ਅੱਜ ਆਪਾਂ ਮੰਨ ਲਓ ਆਫਰ ਦੀ ਡੇਟ ਰੱਖੀ ਹੈ, ਅੱਜ ਆਪਾਂ ਪ੍ਰੋਪਰਟੀ ਮਾਰਕੀਟ ਚਲਾਈ ਹੈ ਕਿ ਇਸ ਤੋਂ 3 ਦਿਨ ਬਾਅਦ ਉਹਦੀ ਜਿਹੜੀ ਉਹ ਆਫਰ ਆ ਡਿਸਕਸ ਕਰਨਗੇ, ਜਾਂ 4 ਦਿਨ ਬਾਅਦ ਜਾਂ 1 ਵੀਕ ਬਾਅਦ ਉਹਦੀ ਉਹ ਆਫਰ ਡਿਸਕਸ ਕਰਨਗੇ। ਫਿਰ ਉਹ ਉਸ ਟਾਈਮ ਤੇ ਸਾਰੀਆਂ ਜਿੰਨੀਆਂ ਵੀ ਆਫਰਸ ਉਸ ਪ੍ਰਾਪਰਟੀ ਤੇ ਆਉਂਦੀਆਂ ਨੇ ਜੀ, ਉਹ ਆਫਰਸ ਨੂੰ ਇਕੱਠਾ ਡਿਸਕਸ ਕਰਦੇ ਆ ਔਰ ਉਹਦੇ ਚੋਂ ਫਿਰ ਜਿਹੜੀ ਆਫਰ ਉਹਨਾਂ ਨੂੰ ਬੈਸਟ ਲੱਗਦੀ ਆ ਉਸ ਆਫਰ ਦੇ ਉੱਪਰ ਉਹ ਫਿਰ ਉਹ ਕੰਮ ਕਰਦੇ ਆ ਜੀ। ਠੀਕ ਹੈ ਸਰ। ਤੇ ਇਹਦੇ ਵਿੱਚ ਨਾਲ ਮੈਂ ਸੁਣਿਆ ਹੈ ਵੀ ਕੁਝ ਅਨਕੰਡੀਸ਼ਨਲ ਆਫਰਸ ਵੀ ਹੁੰਦੀਆਂ ਨੇ ਤੇ ਕੁਝ ਕੰਡੀਸ਼ਨਲ ਆਫਰਸ ਵੀ ਹੁੰਦੀਆਂ ਨੇ। ਹਾਂਜੀ। ਤੇ ਇਹਦੇ 'ਚ ਕੀ ਫਰਕ ਆ ਦੋਨਾਂ ਦੇ ਵਿੱਚ? ਕੰਡੀਸ਼ਨਲ ਤੇ ਅਨਕੰਡੀਸ਼ਨਲ ਆਫਰ ਦੇ ਵਿੱਚ ਰਾਖੀ ਜੀ, ਜਿਸ ਤਰ੍ਹਾਂ ਕਿ ਸੈਲਫ ਇਹਨਾਂ ਦਾ ਨਾਮ ਦੱਸ ਰਿਹਾ ਕਿ ਆਫਰ ਦੇ ਵਿੱਚ ਕੰਡੀਸ਼ਨ ਹੋਣੀ ਜਾਂ ਨਾ ਕੰਡੀਸ਼ਨ ਹੋਣੀ ਜੀ। ਉਹਦੇ 'ਚ ਜਿਹੜੀਆਂ ਕੰਡੀਸ਼ਨਸ ਨੇ, 2 ਕੰਡੀਸ਼ਨਸ ਹੁੰਦੀਆਂ ਨੇ ਜੀ ਜਿਹੜੀਆਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ, ਜਿਹੜੀਆਂ ਕੰਡੀਸ਼ਨਲ ਆਫਰਸ ਦੇ ਵਿੱਚ ਹੁੰਦੀਆਂ ਨੇ, ਖਾਸ ਕਰਕੇ ਜੇ ਆਪਾਂ ਰੈਜ਼ੀਡੈਂਸ਼ੀਅਲ ਦੀ ਗੱਲ ਕਰੀਏ। ਔਰ ਜਿਹੜੀਆਂ ਇਹ ਅਨਕੰਡੀਸ਼ਨਲ ਆਫਰਸ ਹੁੰਦੀਆਂ ਨੇ, ਹੁੰਦੀਆਂ ਵੀ ਜ਼ਿਆਦਾ ਰੈਜ਼ੀਡੈਂਸ਼ੀਅਲ 'ਚ ਨੇ ਜੀ। ਕਮਰਸ਼ੀਅਲ ਜਾਂ ਇੰਡਸਟਰੀਅਲ ਦੇ ਵਿੱਚ ਉਹ ਜਿਹੜੀਆਂ ਆਫਰਸ ਨਹੀਂ ਹੁੰਦੀਆਂ ਹੈਗੀਆਂ ਜ਼ਿਆਦਾ ਅਨਕੰਡੀਸ਼ਨਲ। ਇਹਦੇ 'ਚ ਇੱਕ ਤਾਂ ਕੰਡੀਸ਼ਨ ਹੁੰਦੀ ਹੈ ਜੀ ਫਾਈਨਾਂਸਿੰਗ ਦੀ, ਕਿ ਬਾਇਰ ਬੈਂਕ ਨਾਲ ਗੱਲ ਕਰਨੀ ਚਾਹ ਰਿਹਾ ਹੁੰਦਾ ਕਿ ਮੌਰਗੇਜ ਦੀ ਅਪਰੂਵਲ ਵਾਸਤੇ, ਔਰ ਦੂਸਰਾ ਹੁੰਦਾ ਇੰਸਪੈਕਸ਼ਨ ਦੇ ਬਾਰੇ ਜੀ। ਉਹਦੇ 'ਚ ਕੀ ਕਰਦੇ ਨੇ ਕਈ ਸੈਲਰਸ ਜਿਹੜੇ ਨੇ, ਉਹ ਮਤਲਬ ਕਾਫੀ ਪ੍ਰੋਸੈਸ ਨੂੰ ਹੋਰ ਸਮੂਥ ਬਣਾਉਣ ਦੇ ਲਈ ਉਹ ਪ੍ਰਾਪਰਟੀ ਦੀ ਇੰਸਪੈਕਸ਼ਨ ਪਹਿਲਾਂ ਕਰਵਾ ਕੇ ਉਹਦੀ ਰਿਪੋਰਟ ਉੱਥੇ ਉਹਨਾਂ ਨੂੰ ਪ੍ਰਾਪਰਟੀ ਦੇ ਨਾਲ, ਮਤਲਬ ਕਈ ਵਾਰ ਤਾਂ ਉੱਥੇ ਰੱਖ ਦਿੰਦੇ ਨੇ ਬਾਈਂਡਰ ਹੋ ਜੀ, ਕਈ ਵਾਰ ਉਹ ਇਹ ਗੱਲ ਕਹਿ ਦਿੰਦੇ ਨੇ ਕਿ ਇਸ ਪ੍ਰਾਪਰਟੀ ਦੇ ਵਿੱਚ ਜੇ ਤੁਹਾਨੂੰ ਇੰਟਰਸਟ ਹੈਗਾ ਤਾਂ ਅਸੀਂ ਤੁਹਾਨੂੰ ਇਹਦੀ ਇੰਸਪੈਕਸ਼ਨ ਦੀ ਰਿਪੋਰਟ ਵੀ ਭੇਜ ਦਿੰਦੇ ਹਾਂ। ਠੀਕ ਹੈ ਜੀ। ਉਹ ਜਿਹੜੇ ਵੀ ਉਹਨਾਂ ਦੇ ਨਾਲ ਏਜੰਟ ਜਿਹੜੇ ਕੰਮ ਕਰ ਰਹੇ ਹੁੰਦੇ ਆ ਬਾਇਰ ਦੇ ਨਾਲ, ਉਹਨਾਂ ਨੂੰ ਉਹਦੀ ਉਹ ਰਿਪੋਰਟ ਪਹਿਲਾਂ ਭੇਜ ਦਿੰਦੇ ਨੇ ਤਾਂ ਕਿ ਬਾਇਰ ਨੂੰ ਤਸੱਲੀ ਹੋ ਜਾਂਦੀ ਆ ਕਿ ਇਸ ਪ੍ਰਾਪਰਟੀ ਦੇ ਵਿੱਚ ਕੋਈ ਮੇਨ ਡਿਫੈਕਟ ਨਹੀਂ ਹੈਗਾ। ਬਟ ਕਈ ਵਾਰ ਇਸ ਤਰ੍ਹਾਂ ਵੀ ਹੋ ਜਾਂਦਾ ਕਿ ਮੰਨ ਲਓ ਹੁਣ ਉਹਨਾਂ ਨੇ ਅੱਜ ਤੋਂ 4 ਦਿਨ ਬਾਅਦ ਆਫਰ ਦੀ ਡੇਟ ਰੱਖੀ ਆ, ਕਈ ਬਾਇਰਸ ਤਾਂ ਪ੍ਰਾਪਰਟੀ ਨੂੰ ਦੇਖ ਕੇ ਹੀ ਸੈਟੀਸਫਾਈ ਹੋ ਜਾਂਦੇ ਆ ਵੀ ਠੀਕ ਆ, ਸਾਨੂੰ ਇਹਦੇ ਇੰਸਪੈਕਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਹੈ। ਕਈ ਇਸ ਤਰ੍ਹਾਂ ਵੀ ਕਰ ਲੈਂਦੇ ਆ ਕਿ ਉਹ ਆਫਰ ਪਾਉਣ ਤੋਂ ਪਹਿਲਾਂ ਖੁਦ ਇੰਸਪੈਕਸ਼ਨ ਕਰਵਾ ਲੈਂਦੇ ਆ। ਉਹਦੇ 'ਚ ਉਹਨਾਂ ਦਾ ਠੀਕ ਆ ਕਿ ਥੋੜ੍ਹੀ ਜਿਹੀ ਅਮਾਊਂਟ ਦਾ ਨੁਕਸਾਨ ਤਾਂ ਹੋ ਸਕਦਾ ਕਿ ਜਿਹੜੇ ਉਹਨਾਂ ਨੇ $400-500 ਇੰਸਪੈਕਸ਼ਨ 'ਤੇ ਖਰਚ ਕੀਤੇ ਆ, ਅਗਰ ਉਹ ਪ੍ਰਾਪਰਟੀ ਨਹੀਂ ਬਾਏ ਕਰਦੇ ਜਾਂ ਉਹਨਾਂ ਨੂੰ ਨਹੀਂ ਪ੍ਰਾਪਰਟੀ ਮਿਲਦੀ, ਉਹ ਉਹਨਾਂ ਦੇ ਵੇਸਟ ਹੋ ਜਾਣਗੇ। ਬਟ ਡਿਪੈਂਡ ਕਰਦਾ ਇੰਡੀਵਿਜੂਅਲ ਬਾਇਰ ਦੇ ਉੱਪਰ ਜੀ ਕਿ ਉਹ ਇਹ ਜਿਹੜੀ ਕੰਡੀਸ਼ਨ ਆ ਉਹਨੂੰ ਕਿਸ ਤਰ੍ਹਾਂ ਲੈਣਾ ਚਾਹੁੰਦੇ ਆ ਜੀ। ਤੇ ਮੈਂ ਨਾਲ ਹੀ ਤੁਹਾਨੂੰ ਪੁੱਛਣਾ ਚਾਹੂੰਗੀ, ਜਿੱਦਾਂ ਤੁਸੀਂ ਆਲਰੇਡੀ ਮੈਂਸ਼ਨ ਕੀਤਾ ਵੀ ਇੰਸਪੈਕਸ਼ਨ ਕਰਵਾਉਣੀ ਵੀ ਉਹਨਾਂ ਦੀ ਮਰਜ਼ੀ ਹੁੰਦੀ ਹੈ ਕਿ ਉਹ ਕਰਵਾਉਣਾ ਚਾਹੁੰਦੇ ਆ ਕਿ ਨਹੀਂ ਕਰਵਾਉਣਾ ਚਾਹੁੰਦੇ, ਤੇ ਇਹ ਚੀਜ਼ਾਂ ਦੋਨਾਂ ਦੇ ਉੱਤੇ ਅਪਲਾਈ ਕਰਦੀ ਹੈ, ਕੰਡੀਸ਼ਨਲ ਦੇ ਉੱਤੇ ਵੀ ਤੇ ਅਨਕੰਡੀਸ਼ਨਲ ਦੇ ਉੱਤੇ? ਦੋਨਾਂ ਦੇ ਉੱਪਰ ਜੀ। ਹੁਣ ਮੰਨ ਲਓ ਤੁਹਾਡੀ ਇੰਸਪੈਕਸ਼ਨ ਦੀ ਕੰਡੀਸ਼ਨ ਵੀ ਹੈਗੀ ਆ ਆਫਰ ਦੇ ਵਿੱਚ, ਤਾਂ ਵੀ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਕਰਾਣੀ ਹੈ ਇੰਸਪੈਕਸ਼ਨ। ਸਮਟਾਈਮਸ ਕੀ ਹੁੰਦਾ ਕਿ ਬਾਇਰ ਨੇ ਜਿਹੜੇ ਤਾਂ ਪੁਰਾਣੇ ਬਾਇਰ ਆ ਜੀ, ਸੀਜ਼ਨਡ ਬਾਇਰ ਨੇ, ਜਿੱਦਾਂ ਉਹਨਾਂ ਨੇ ਮਲਟੀਪਲ ਪ੍ਰਾਪਰਟੀ ਪਹਿਲਾਂ ਬਾਏ ਕੀਤੀਆਂ ਨੇ ਜੀ, ਉਹ ਕੀ ਕਰਦੇ ਨੇ, ਉਹਨਾਂ ਨੂੰ ਇਹ ਲੱਗਦਾ ਵੀ ਇਹ ਪ੍ਰਾਪਰਟੀ ਉਹਨਾਂ ਨੂੰ ਠੀਕ ਲੱਗ ਰਹੀ ਆ, ਉਹਨਾਂ ਨੇ ਇਹਦੇ 'ਤੇ ਕੋਈ ਜ਼ਿਆਦਾ ਹੋਰ ਚੀਜ਼ ਨਹੀਂ ਦੇਖਣੀ ਗੀ, ਉਹ ਉਹਦੇ 'ਤੇ ਵਿਦਾਊਟ ਇੰਸਪੈਕਸ਼ਨ ਦੀ ਕੰਡੀਸ਼ਨ 'ਤੇ ਆਫਰ ਵੀ ਪਾ ਦਿੰਦੇ ਆ, ਔਰ ਸਮਟਾਈਮਸ ਉਹਦੀ ਕੰਡੀਸ਼ਨ ਹੁੰਦੀ ਵੀ ਆ, ਉਹ ਇੰਸਪੈਕਸ਼ਨ ਨਹੀਂ ਕਰਾਉਂਦੇ ਜੀ। ਤੇ ਜਿੱਦਾਂ ਕਿ ਤੁਸੀਂ ਸਾਰੇ ਦਰਸ਼ਕ ਸੁਣ ਹੀ ਰਹੇ ਹੋਗੇ ਹੁਣੇ ਵੀ ਸਾਡੇ ਪ੍ਰਵੀਨ ਜੀ ਨੇ ਜਿੱਦਾਂ ਸਾਰੀਆਂ ਚੀਜ਼ਾਂ ਐਕਸਪਲੇਨ ਕੀਤੀਆਂ ਵੀ ਘਰ ਦੇ ਵਿੱਚ ਜਦੋਂ ਅਸੀਂ ਫਸਟ ਟਾਈਮ ਹੋਮ ਬਾਇਰ ਕਰਦੇ ਹਾਂ ਉਸ ਟਾਈਮ ਦੇ ਉੱਤੇ ਸਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਤੇ ਉਹਦੇ ਨਾਲ ਉਹਨਾਂ ਨੇ ਸਾਨੂੰ ਕੰਡੀਸ਼ਨਸ, ਅਨਕੰਡੀਸ਼ਨਲ ਆਫਰਸ ਬਾਰੇ ਦੱਸਿਆ, ਸਾਨੂੰ ਮਲਟੀਪਲ ਆਫਰਸ ਬਾਰੇ ਜਾਣਕਾਰੀ ਦਿੱਤੀ, ਤੇ ਸਾਨੂੰ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਤੇ ਮੈਂ ਆਪਣੇ ਦਰਸ਼ਕਾਂ ਨੂੰ ਇਹੀ ਬੇਨਤੀ ਕਰੂੰਗੀ, ਇਹੀ ਰਿਕੁਐਸਟ ਕਰੂੰਗੀ ਕਿ ਜੇ ਕਿਸੇ ਨੂੰ ਕੋਈ ਵੀ ਜਾਣਕਾਰੀ ਹੋਰ ਲੈਣੀ ਹੈ ਡਿਟੇਲ ਦੇ ਵਿੱਚ, ਸਾਡੇ ਸਕਰੀਨ 'ਤੇ ਦਿੱਤੀ ਡਿਟੇਲਸ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਪ੍ਰਵੀਨ ਅਰੋੜਾ ਜੀ ਦੇ ਨਾਲ, ਤੇ ਉਹ ਤੁਹਾਨੂੰ ਹੋਰ ਇਹਦੇ ਬਾਰੇ ਜਾਣਕਾਰੀ ਦੇਵਾਂਗੇ। ਬਹੁਤ ਬਹੁਤ ਸ਼ੁਕਰੀਆ ਪ੍ਰਵੀਨ ਜੀ ਤੁਹਾਡਾ ਸ਼ੋਅ ਦੇ ਵਿੱਚ, ਤੇ ਅਸੀਂ ਫੇਰ ਅਗਲੇ ਵੀਕ ਅਸੀਂ ਆਪਣੇ ਦਰਸ਼ਕਾਂ ਨਾਲ ਦੁਬਾਰਾ ਮਿਲਾਂਗੇ। ਤੇ ਤੁਸੀਂ ਸਾਰੇ ਦੇਖਦੇ ਰਹੋ ਪ੍ਰਵਾਸੀ ਟੀਵੀ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਥੈਂਕ ਯੂ ਜੀ।